ਕੱਲ ਸਾਰਿਆਂ ਨੂੰ ਜੀ। ਅੱਜ ਆਪਾਂ ਇਹੋ ਹਮਾਰਾ ਜੀਵਨਾ ਨਾਵਲ ਜੋ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਉੱਘਾ ਸਥਾਨ ਰੱਖਦਾ ਹੈ, ਉਸ 'ਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦੀ ਹਾਂ, ਇਹੋ ਹਮਾਰਾ ਜੀਵਨਾ ਜਿਹੜਾ ਨਾਵਲ ਹੈ ਦਲੀਪ ਕੌਰ ਟਿਵਾਣਾ ਜੀ ਦਾ ਲਿਖਿਆ ਹੋਇਆ। ਦਲੀਪ ਕੌਰ ਟਿਵਾਣਾ ਜੀ ਸਾਡੀ ਸਾਹਿਤ ਦੇ ਉੱਘੇ ਲੇਖਿਕਾ ਜਿਹੜੇ ਰਹੇ ਹੈਗੇ ਆ, ਜਿਨ੍ਹਾਂ ਨੇ ਸਾਹਿਤ ਦੀ ਝੋਲੀ ਦੇ ਵਿੱਚ ਅਨੇਕਾਂ ਵੰਨਗੀਆਂ ਪਾਈਆਂ ਅਤੇ ਅਨੇਕਾਂ ਰਚਨਾਵਾਂ ਨਾਲ ਜਿਹੜਾ ਅਮੀਰ ਬਣਾਇਆ ਸਾਡੇ ਸਾਹਿਤ ਨੂੰ। ਅਤੇ ਉਹਨਾਂ ਦੇ ਇਹ ਨਾਵਲ ਨੂੰ ਇਹੋ ਹਮਾਰਾ ਜੀਵਨਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਵਜੋਂ ਵੀ ਨਵਾਜਿਆ ਗਿਆ। ਤਾਂ ਉਹਨਾਂ ਦੀਆਂ ਹੋਰ ਵੀ ਅਨੇਕਾਂ ਰਚਨਾਵਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਦੇ ਵਿੱਚ ਦਰਜ ਨੇ। ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਸ ਨਾਵਲ ਦੀ, ਤਾਂ ਇਹ ਨਾਵਲ ਜਿਹੜਾ ਜੀ ਇੱਕ ਸਮਾਜਿਕ ਅਤੇ ਸੱਭਿਆਚਾਰ ਪ੍ਰਬੰਧ ਵਿੱਚ ਬੰਨੀ ਹੋਈ ਇੱਕ ਇਸਤਰੀ ਦੀ ਬੇਵਸੀ ਅਤੇ ਉਹਦੀ ਦੁਰਦਸ਼ਾ ਭਰੀ ਹਾਲਤ ਨੂੰ ਪੇਸ਼ ਕਰਦਾ ਹੈ। ਤਾਂ ਇਹਦੇ ਵਿੱਚ ਹੋਰ ਵੀ ਕਿਹੜੇ ਵਿਸ਼ਿਆਂ ਨੂੰ ਆਧਾਰ ਬਣਾ ਕੇ ਜਿਹੜਾ ਲਿਖਿਆ ਗਿਆ ਉਸ 'ਤੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੇ ਗੱਲ ਕਰੀਏ, ਜਿਹੜਾ ਇਹ ਨਾਵਲ ਹੈ ਇੱਕ ਸਮਾਜਿਕ ਨਾਵਲ ਹੈ। ਮਤਲਬ ਸਮਾਜ ਦੇ ਵਿੱਚ ਹੀ ਜੋ ਸਮੱਸਿਆਵਾਂ ਅਸੀਂ ਦੇਖਦੇ ਹੈਗੇ ਹਾਂ ਤਾਂ ਉਹਨਾਂ ਨੂੰ ਇਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਇਹਦੇ ਵਿੱਚ ਜੇ ਗੱਲ ਕਰੀਏ, ਨਸ਼ਾ, ਬਿਮਾਰੀ ਅਤੇ ਗਰੀਬੀ ਦੀਆਂ ਜਿਹੜੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ। ਇਹ ਵੀ ਗੱਲ ਕਿਸੇ ਤੋਂ ਕਹਿੰਦੇ ਵੀ ਗੁੱਝੀ ਨਹੀਂ ਹੈਗੀ ਵੀ ਜਿਹੜੀ ਗਰੀਬੀ ਹੈ ਉਹਦੇ ਨਾਲ ਜਿਵੇਂ ਇੱਕ ਔਰਤ ਦੀ ਵੀ ਜਿਹੜੀ ਸਥਿਤੀ ਕਿਤੇ ਨਾ ਕਿਤੇ ਜੁੜੀ ਹੋਈ ਹੈ, ਤਾਂ ਇੱਕ ਮਰਦ ਪ੍ਰਧਾਨ ਸਮਾਜ ਦੀ ਵੀ ਤਸਵੀਰ ਇਹਦੇ ਵਿੱਚ ਪੇਸ਼ ਕੀਤੀ ਗਈ ਹੈ ਕਿ ਇਹਦੇ ਵਿੱਚ ਔਰਤ ਨੂੰ ਆਪਣੀ ਮਰਜ਼ੀ ਦਾ ਜਿਹੜਾ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈਗਾ। ਕਿਤੇ ਨਾ ਕਿਤੇ ਸਮਾਜ ਦੇ ਵਿੱਚ ਉਹਦੇ ਨਾਲ ਵਿਤਕਰਾ ਕੀਤਾ ਜਾਂਦਾ, ਉਹ ਇੱਕ ਬੇਵਸ ਹੁੰਦੀ ਹੈ, ਉਹਦੇ ਨਾਲ ਇੱਕ ਕਿਵੇਂ ਧੱਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਕਿਸ ਤਰੀਕੇ ਨਾਲ ਜਿਹੜਾ ਉਹਦਾ ਇੱਕ ਗਰੀਬੀ ਦੇ ਵਿੱਚ ਉਹਨੂੰ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਆ ਜਿਹਦੇ ਨਾਲ ਉਹਦੀਆਂ ਇੱਛਾਵਾਂ ਦੱਬੀਆਂ ਜਾਂਦੀਆਂ। ਤਾਂ ਇੱਕ ਔਰਤ ਦਾ ਜਿਹੜਾ ਜੀਵਨ ਇੱਕ ਬੇਵਸੀ ਵਾਲਾ ਹੁੰਦਾ, ਉਦਾਸੀ ਵਾਲਾ ਹੁੰਦਾ, ਉਸ ਨੂੰ ਪੇਸ਼ ਕਰਨ ਦੀ ਇਹਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਬਾਕੀ ਇਹਦੇ ਵਿੱਚ ਜੇ ਦਲੀਪ ਕੌਰ ਟਿਵਾਣਾ ਨੇ ਇੱਕ ਔਰਤ ਦੇ ਨਾਲ ਸਮਾਜ ਦੇ ਵਿੱਚ ਉਹਦੀਆਂ ਇੱਛਾਵਾਂ ਤੋਂ ਬਿਨਾਂ ਜਿਹੜਾ ਵਿਆਹ ਹੁੰਦਾ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਵਿੱਚ ਜਿਵੇਂ ਕੋਈ ਗਰੀਬ ਘਰਾਂ ਦੇ ਵਿੱਚ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਦੀਆਂ ਜਿਵੇਂ ਧੀਆਂ ਨੂੰ ਕਿਸ ਤਰੀਕੇ ਨਾਲ ਇੱਕ ਪਸ਼ੂਆਂ ਵਾਂਗੂ ਅੱਗੇ ਵੇਚ ਦਿੱਤਾ ਜਾਂਦਾ, ਜਾਂ ਆਪਾਂ ਕਹਿ ਸਕਦੇ ਹਾਂ ਉਹ ਪਤੀਆਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਜਿਨ੍ਹਾਂ ਨੂੰ ਉਹ ਜਾਣਦੀਆਂ ਵੀ ਨਹੀਂ ਹੁੰਦੀਆਂ, ਜਾਂ ਉਹ ਕੋਈ ਨਸ਼ੇ ਦੀਆਂ ਕ੍ਰਿਤੀਆਂ ਦੇ ਵਿੱਚ ਫਸੇ ਹੁੰਦੇ ਆ, ਜਾਂ ਮਤਲਬ ਕਿ ਉਹਨਾਂ ਦੀਆਂ ਇੱਛਾਵਾਂ ਤੋਂ ਉਹਨਾਂ ਦੀਆਂ ਇੱਛਾਵਾਂ ਨੂੰ ਮਾਰ ਕੇ ਬਿਨਾਂ ਉਹੋ ਜਿਹੇ ਆਦਮੀਆਂ ਦੇ ਨਾਲ ਤੋਰ ਦਿੱਤਾ ਜਾਂਦਾ। ਤਾਂ ਫਿਰ ਉਹਦੇ ਵਿੱਚ ਕਿਸੇ ਔਰਤ ਨੂੰ ਜਦੋਂ ਵੇਚ ਦਿੱਤਾ ਜਾਂਦਾ ਫਿਰ ਉਹਨੂੰ ਕਿਸ ਤਰੀਕੇ ਨਾਲ ਸਮਾਜ ਦੇ ਵਿੱਚ ਦੇਖਿਆ ਜਾਂਦਾ, ਠੀਕ ਹੈ। ਉਹਦੇ ਨਾਲ ਮਤਲਬ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਦੂਸਰੇ ਜਿਹੜਾ ਮਰਦ ਹੈਗੇ ਨੇ, ਮਰਦ ਪ੍ਰਧਾਨ, ਤਾਂ ਮਰਦ ਉਹਦੇ ਵੱਲ ਕਿਸ ਤਰੀਕੇ ਨਾਲ ਤੱਕਦੇ ਆ, ਉਸ ਤਰੀਕੇ ਨਾਲ ਇਸ ਨਾਵਲ ਦੇ ਵਿੱਚ ਵੀ ਇੱਕ ਕਹਾਣੀ ਨੂੰ ਪੇਸ਼ ਕੀਤਾ ਵੀ ਇੱਕ ਮਤਲਬ ਭਾਨੋ ਨਾਂ ਦੀ ਜਿਹੜੀ ਕੁੜੀ ਹੈ ਜਿਹਦਾ ਵਿਆਹ ਮਤਲਬ ਉਹਦੇ ਭਰਾ ਦੇ ਬਿਮਾਰ ਹੋਣ ਕਰਕੇ ਵੀ ਉਹ ਨਸ਼ਾ ਕਰਦਾ ਹੁੰਦਾ, ਤੱਤੀ ਸ਼ਰਾਬ ਪੀ ਲਈ ਹੁੰਦੀ ਹੈ ਅਤੇ 3 ਸਾਲ ਬਿਮਾਰ ਰਹਿੰਦਾ। ਉਹਦੇ ਕਰਕੇ ਉਹਦਾ ਜਿਹੜਾ ਪਿਓ ਹੈ ਉਹਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਉਹਦਾ ਵਿਆਹ ਉਹ ਮੋਰਾਂ ਵਾਲੀ ਦੇ ਸਰਵਣ ਨਾਲ ਕਰ ਦਿੰਦਾ। ਚਾਹੇ ਸਰਵਣ ਉਹਨੂੰ ਹਰ ਤਰ੍ਹਾਂ ਦੀ ਖੁਸ਼ੀ ਦਿੰਦਾ, ਪਰ 5 ਭਰਾਵਾਂ ਦੇ ਵਿੱਚੋਂ ਇਕੱਲਾ ਵਿਆਹਿਆ ਹੋਣ ਕਰਕੇ ਜਿਹੜੇ ਦੂਸਰੇ ਭਰਾ ਨੂੰ ਬੁਰੀ ਨਜ਼ਰ ਨਾਲ ਤੱਕਦੇ ਆ। ਤਾਂ ਫਿਰ ਇਹੀ ਚੀਜ਼ਾਂ ਇੱਕ ਪਰਿਵਾਰਕ ਝਗੜਿਆਂ ਦੇ ਵਿੱਚ ਜਿਹੜੀਆਂ ਵੱਧ ਜਾਂਦੀਆਂ, ਤਾਂ ਫਿਰ ਉਹੀ ਭਰਾਵਾਂ ਦੁਆਰਾ ਖੇਤਾਂ ਵਿੱਚ ਝਗੜਾ ਹੋਣ 'ਤੇ ਆਪਦੇ ਭਰਾ ਨੂੰ ਮਾਰ ਦਿੱਤਾ ਜਾਂਦਾ। ਤਾਂ ਜਿਹੜੀ ਭਾਨੋ 'ਤੇ ਜਿਹੜੀਆਂ ਮੁਸੀਬਤਾਂ ਦੇ ਪਹਾੜ ਟੁੱਟ ਪੈਂਦੇ ਹੈ, ਉਹਦੀ ਜਿਹੜੀ ਪਤੀ ਦੇ ਨਾਲ ਉਹਦਾ ਮਤਲਬ ਇੱਕ ਰਿਸ਼ਤਾ ਜਿਹੜਾ ਤੋੜ ਦਿੱਤਾ ਜਾਂਦਾ, ਤਾਂ ਉਸ ਤੋਂ ਬਾਅਦ ਉਹਨੂੰ ਆਪਦੀ ਜਾਨ ਦੇਣ ਲਈ ਮਜਬੂਰ ਹੋਣਾ ਪੈਂਦਾ। ਛਾਲ ਵੀ ਮਾਰਦੀ ਆ ਉਹ ਗੰਗਾ ਦੇ ਵਿੱਚ, ਪਰ ਫਿਰ ਉਹਨੂੰ ਕੋਈ ਅਮਲੀ ਆ ਜਿਹੜਾ ਨਰੈਣ ਬਚਾ ਲੈਂਦਾ। ਪਰ ਉੱਥੇ ਵੀ ਜੇ ਆਪਾਂ ਗੱਲ ਕਰੀਏ, ਨਰੈਣ ਕਾਫੀ ਵੱਡੀ ਉਮਰ ਦਾ ਹੁੰਦਾ ਅਤੇ ਉਹਨੂੰ ਮਜਬੂਰਨ ਉਹਦੇ ਨਾਲ ਹੀ ਵਸਣਾ ਪੈਂਦਾ ਕਿਉਂਕਿ ਉਹਦੇ ਕੋਲ ਕੋਈ ਆਸਰਾ ਹੀ ਨਹੀਂ ਹੁੰਦਾ। ਤਾਂ ਉਸ ਤੋਂ ਬਾਅਦ ਨਰੈਣ ਦੇ ਨਾਲ ਜਿਵੇਂ ਉਹ ਰਹਿੰਦੀ ਹੈ ਤਾਂ ਉੱਥੇ ਉਹ ਕੀ ਤਸੀਂ ਇਹ ਜਿਹੜੇ ਝੱਲਦੀ ਹੈ ਉੱਥੇ ਉਹਦੇ, ਕਿਉਂਕਿ ਉਹ ਵੀ ਇੱਕ ਨਸ਼ਈ ਹੈਗਾ, ਉਹਦੇ ਜਿਹੜੇ ਦੋਸਤ ਹੈ ਸ਼ਰਾਬੀ ਜਿਵੇਂ ਜਾਗਰ ਵਰਗੇ ਉੱਤੇ ਬੁਰੀ ਨਜ਼ਰ ਰੱਖਦੇ ਆ। ਤਾਂ ਬੱਚੇ ਨੂੰ ਵੀ ਇੱਕ ਉਹਨੇ ਜਨਮ ਨਾ ਦੇਣ ਕਾਰਨ ਇੱਕ ਮਤਲਬ ਕਿ ਉਹਨੂੰ ਤਾਂ ਵੀ ਸਮਾਜ ਦੇ ਵਿੱਚ ਉਸ ਤਰੀਕੇ ਨਾਲ ਦੇਖਿਆ ਜਾਂਦਾ ਹੈਗਾ ਵੀ ਉਹਦੇ ਮਨ ਨੂੰ ਬੜਾ ਧੱਕਾ ਲੱਗਦਾ। ਫਿਰ ਬੇਸ਼ੱਕ ਉਹ ਕਹਿੰਦੇ ਵੀ ਬੁੱਢੇ ਨਾਲ ਉਹ ਵਿਆਹੀ ਹੁੰਦੀ ਹੈ, ਪਰ ਜਿਹੜਾ ਇੱਕ ਉਹਦੇ ਅੰਦਰ ਉਹਦਾ ਜਿਹੜਾ ਘਰ ਵਾਲਾ ਹੁੰਦਾ ਹੈ ਨਰੈਣ, ਉਹਦੇ ਅੰਦਰ ਇੱਕ ਬੱਚੇ ਦੀ ਭੁੱਖ ਹੁੰਦੀ ਹੈ। ਤਾਂ ਉੱਥੇ ਵੀ ਇੱਕ ਫਿਰ ਉਹ ਜਿਹੜਾ ਤਨ 'ਤੇ ਹੰਢਾਉਂਦੀ ਹੈ ਇੱਕ ਦੁੱਖ ਭਾਨੋ, ਕਿਉਂਕਿ ਉਹ ਬੱਚਾ ਨਹੀਂ ਪੈਦਾ ਕਰ ਸਕਦੀ। ਤਾਂ ਉਹਦੇ ਲਈ ਫਿਰ ਉਹਦਾ ਪਤੀ ਕਿਤੋਂ ਹੋਰ ਜਿਹੜੀ ਭਾਗਵੰਤੀ ਨਾਂ ਦੀ ਔਰਤ ਨਾਲ ਵਿਆਹ ਕਰਾਉਂਦਾ ਹੈਗਾ। ਤਾਂ ਉੱਥੇ ਵੀ ਕਿਤੇ ਨਾ ਕਿਤੇ ਆਪਾਂ ਗੱਲ ਕਹਿ ਸਕਦੇ ਹਾਂ ਵੀ ਭਾਨੋ ਉਸ ਚੀਜ਼ ਨੂੰ ਆਪਦਾ ਇੱਕ
ਚੀਜ਼ ਨੂੰ ਉਹਦੇ ਮਨ ਦੇ ਵਿੱਚ ਜਿਹੜਾ ਮਤਲਬ ਕਿ ਹੰਢਾਉਂਦੀ ਹੈ ਜਾਂ ਦੁੱਖ ਜਿਹੜਾ ਸਹਿੰਦੀ ਹੈ। ਫਿਰ ਉਸ ਤੋਂ ਬਾਅਦ ਦੂਸਰੀ ਉਹਦੀ ਪਤਨੀ ਭਾਗਵੰਤੀ ਦੇ ਆਉਣ ਨਾਲ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਹੈ, ਜਿਹਦੇ ਕਰਕੇ ਵੀ ਉਹ ਜਿਹੜੀ ਭਾਗਵੰਤੀ ਹੈ ਉਹਦੇ ਨਾਲ ਉਹਨੂੰ ਕਿਸ ਤਰੀਕੇ ਨਾਲ ਪੇਸ਼ ਆਉਂਦੀ ਹੈ, ਬੇਇੱਜ਼ਤੀ ਭਰਿਆ ਜਿਹੜਾ ਰਵੱਈਆ ਹੁੰਦਾ ਹੈਗਾ, ਠੀਕ ਹੈ। ਤਾਂ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਜੇ ਭਾਨੂੰ ਉਹਨੂੰ ਪਿਆਰ ਕਰਦੀ ਹੈ, ਕਿਉਂਕਿ ਉਹਦੇ ਅੰਦਰ ਵੀ ਤਾਂ ਇੱਕ ਬੱਚੇ ਦੀ ਭੁੱਖ ਹੁੰਦੀ ਹੈ, ਤਾਂ ਉਹ ਦਿਨ ਰਾਤ ਜੇ ਰੋਂਦਾ ਤਾਂ ਉਹਦੇ ਨਾਲ ਬਹਿਸਣ ਲੱਗ ਪੈਂਦੀ ਹੈ, ਨਰੈਣ ਨੂੰ ਦੱਸ ਦਿੰਦੀ ਆ, ਤਾਂ ਨਰੈਣ ਵੀ ਫਿਰ ਉਹਦੇ ਨਾਲ ਲੜਦਾ ਆ ਕੇ। ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਇੱਕ ਔਰਤ ਹੈ ਜਿਹੜੀ ਹੈ ਨਾ, ਉਹ ਸਮਾਜ ਦੇ ਵਿੱਚ ਇੱਕ ਪਸ਼ੂਆਂ ਵਾਂਗ ਵੇਚਣ ਦੀ ਜਿਹੜੀ ਗੰਭੀਰ ਸਮੱਸਿਆ ਨੂੰ ਇਹਦੇ ਵਿੱਚ ਪੇਸ਼ ਕੀਤਾ ਗਿਆ। ਫਿਰ ਉਹਦੇ ਵਿੱਚ ਉਹਦੇ ਗੁਣ ਹੈ ਜਿਹੜੇ ਉਹ ਦੱਬੇ ਜਾਂਦੇ ਆ, ਅਤੇ ਸਮਾਜ ਦੇ ਵਿੱਚ ਉਹਦੀਆਂ ਮਤਲਬ ਇੱਕ ਉਹਦੇ ਕੰਮਾਂ ਨੂੰ, ਉਹਦੇ ਗੁਣਾਂ ਨੂੰ ਨਹੀਂ ਦੇਖਿਆ ਜਾਂਦਾ, ਅਤੇ ਇੱਕ ਗਰੀਬੀ ਕਰਕੇ ਜਿਹੜਾ ਉਹ ਵਿਚਾਰੀ ਇੰਨਾ ਕੁਛ ਸਹਿੰਦੀ ਹੈ। ਤਾਂ ਇਸ ਤੋਂ ਇਲਾਵਾ ਜੇ ਆਪਾਂ ਕਹੀਏ ਵੀ ਪੈਸੇ ਲੈ ਕੇ ਵਿਆਹ ਕਰਨ ਵਾਲੇ ਮਾਪਿਆਂ ਦਾ ਇਹਦੇ 'ਤੇ ਚਾਨਣਾ ਪਾਇਆ ਗਿਆ। ਇਹਦੇ ਵਿੱਚ ਜਿਵੇਂ ਕੁਛ ਲੋਕ ਹੁੰਦੇ ਆ, ਜਿਵੇਂ ਨਰੈਣ ਵਰਗੇ, ਫਿਰ ਉਹ ਭਾਗਵੰਤੀ ਨੂੰ ਬਦਚੱਲਣ ਇੱਕ ਉਹੋ ਜਿਹੀਆਂ ਔਰਤਾਂ ਨੂੰ ਖਰੀਦ ਕੇ ਲੈ ਕੇ ਆਉਂਦੇ ਹੈਗੇ ਪੈਸੇ ਦੀ ਉਹਦੇ ਉੱਪਰ। ਤਾਂ ਉੱਥੇ ਇੱਕ ਭਾਨੂੰ ਵਰਗੇ ਦਾ ਜਿਹੜਾ ਘਰ ਆ ਖਰਾਬ ਹੋ ਜਾਂਦਾ, ਤਾਂ ਉਹਨੂੰ ਪਤੀ ਵਾਲਾ ਉਹ ਦਰਜਾ ਮਿਲਣੋਂ ਹਟ ਜਾਂਦਾ। ਤਾਂ ਸਮਾਜ ਦੇ ਵਿੱਚ ਜਿਹੜੀਆਂ ਇਹ ਸਮੱਸਿਆਵਾਂ ਆਮ ਦੇਖੀਆਂ ਜਾਂਦੀਆਂ, ਉਹਨੂੰ ਲੇਖਕਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਸਮਾਜ ਦੇ ਪੇਂਡੂ ਖੇਤਰ ਦੇ ਵਿੱਚੋਂ ਵੱਖ-ਵੱਖ ਪੱਖਾਂ ਨੂੰ ਸਾਹਮਣੇ ਲਿਆਂਦਾ। ਅਤੇ ਇਹ ਨਾਵਲ ਦਾ ਜੇ ਵਿਸ਼ਾ ਆਪਾਂ ਗੱਲ ਕਰੀਏ, ਯਥਾਰਥਕ ਹੈ, ਮਨੋਵਿਗਿਆਨਕ ਅਤੇ ਬਹੁਤ ਹੀ ਮਹੱਤਵਪੂਰਨ ਹੈ। ਇਹਦੇ ਵਿੱਚ ਜੇ ਆਪਾਂ ਨਾਇਕਾ ਨੂੰ ਭਾਨੂੰ ਨੂੰ ਮੰਨ ਸਕਦੇ ਹਾਂ, ਤਾਂ ਇਹ ਨਾਵਲ ਇੱਕ ਉਹ ਨਾਵਲ ਹੈ ਜਿਹੜਾ ਸਮਾਜ ਦੇ ਬਹੁਤ ਪੱਖਾਂ ਨੂੰ ਜਿਹੜਾ ਸਾਹਮਣੇ ਲਿਆਉਂਦਾ ਹੈ। ਤਾਂ ਸੋ ਆਸ ਕਰਦੇ ਹਾਂ ਤੁਹਾਨੂੰ ਇਹੋ ਹਮਾਰਾ ਜੀਵਨ ਨਾਲ ਜੁੜੀਆਂ ਹੋਈਆਂ ਕਾਫੀ ਜਿਹੜੀਆਂ ਗੱਲਾਂ ਸਮਝ ਆਈਆਂ ਹੋਣਗੀਆਂ। ਸੋ ਧੰਨਵਾਦ।